कोई दिक्कत नहीं। साइड हो देखो भाई साइड बड़ा थोड़ा आगे छड़ दे कितने बंटे अगे अगे रेम आ रहा बिच देखिए भाई मेरा बड़ा साइड ऑन करता आ जाओ ऑन है इधर पास देखो
माइक देखो तो ऑन हो गया आओ ना भाई इधर इधर देख लो आके यार आ वाला ऑन है कि नहीं आ वाला ऑन है कि नहीं ये ऑन आ बस ठीक ठीक है ना ऑन मैं देख का लिया ਨਾਲ ਰਹਿ ਤੁਲਸੀ ਦੇ ਕੋਈ ਨਾ ਭਾਈ ਇੱਥੇ ਰੁਕ ਜਾ ਤੁਲਸੀ ਜਾ ਲੈਂਦੇ ਗੱਡੀ ਵਾਲ ਸ਼ਾਮੇ ਹੋ ਜਾ ਇੱਥੇ ਆ ਜਾ ਸ਼ਾਮੇ ਇੱਧਰ ਸ਼ਾਮ ਹੀ ਤੇ ਬੂਟ ਲਾ ਦੋ ਨਾ ਭਾਈ ਬੂਟ ਕਿਹੜਾ ਕਿਸੇ ਨੂੰ ਲਾਉਣੀ ਆ हाँ जी हाँ जी हाँ जी बस आ गए सेंटर पहुंच गए हाँ 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 लगे हो अच्छा मंत्री जी धक्का नहीं मारना यार थोड़ा तार हाँ 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 भाई यार
शांति हो गई जी। करिए गल शुरू। देखो ਤੁਹਾਡੀ ਸ਼ਾਂਤੀ ਹੋਣੀ ਪਹਿਲਾਂ ਜ਼ਰੂਰੀ ਹੈ। ਅੱਜ ਦੇਸ਼ ਵਿੱਚ ਹੀ ਨਹੀਂ ਸੰਸਾਰ ਭਰ ਦੇ ਵਿੱਚ ਜਿਹੜੀ ਮਹਾਮਾਰੀ ਕਰੋਨਾ ਦੀ ਚੱਲੀ ਹੈ ਬਹੁਤ ਹੀ ਭਿਆਨਕ ਬਹੁਤ ਸੰਕਟ ਵਾਲੀ ਇਹ ਬਿਮਾਰੀ ਜਾਣੀ ਜਾਂਦੀ ਹੈ। ਜਿਹੜਾ ਵੀ ਇਹਦੀ ਲਪੇਟ ਵਿੱਚ ਆ ਜੇ ਜਿਹਦੇ ਪਹਿਲਾਂ ਆਪਣੀ ਸਿਕਿਉਰਿਟੀ ਕਰ ਲਏ ਆਪਣੇ ਆਪ ਨੂੰ ਇਹਤਿਆਤ ਵਰਤ ਲਵੇ ਕੋਈ ਪ੍ਰਬੰਧ ਕਰ ਲਵੇ ਕੋਈ ਕਿਸੇ ਢੰਗ ਦੇ ਨਾਲ ਇਲਾਜ ਕਰਾ ਲੇ ਉਹ ਬਚ ਜਾਂਦਾ। ਜਦੋਂ ਲੈਵਲ 2 ਤੋਂ ਬਾਹਰ ਨਿਕਲ ਜਾਂਦਾ ਉਦੋਂ ਉਹਨੂੰ ਵੈਂਟੀਲੇਟਰ ਤੇ ਜਾਣਾ ਪੈਂਦਾ ICU 'ਚ ਜਾਣਾ ਪੈਂਦਾ ਜਿਹੜਾ ਇਸ ਵੇਲੇ ਬਹੁਤ ਹੀ ਡਰਾਵਣਾ ਸੀਨ ਬਣਿਆ ਹੋਇਆ ਕਿ ਕੋਈ ਸਰਕਾਰੀ ਹਸਪਤਾਲਾਂ 'ਚ ਜਦੋਂ ਉਹਨੂੰ ਇਹ ਲਾਹਾ ਨਹੀਂ ਮਿਲਦਾ ਜਦੋਂ ਪ੍ਰਾਈਵੇਟ ਮਿਲਦੀ ਤੇ ਉਹ ਜਿਹੜੇ ਲੋਕ ਹੈ ਘਰਾਂ ਵਿੱਚ ਹੀ ਦਮ ਘੁੱਟ ਕੇ ਮਰ ਜਾਂਦੇ ਆ। ਇਹ ਸਾਰੀ ਜਦੋਂ ਅਸੀਂ ਗੱਲ ਦੇਖੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਪ੍ਰਧਾਨ ਸਾਹਿਬ ਜੀ ਨਾਲ ਵਿਚਾਰ ਕੀਤੀ ਮਾਨਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਦੇ ਨਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਕੋਰ ਕਮੇਟੀ ਵਿੱਚ ਵੀ ਮੈਂ ਬੇਨਤੀ ਕੀਤੀ ਕਿ ਇਹ ਬਿਮਾਰੀ ਜਿਹੜੀ ਹੈ ਬੜੀ ਸੀਵੀਅਰ ਹੈ ਤੇ ਬੜੀਆਂ ਜਾਨਾਂ ਜਾ ਰਹੀਆਂ ਤੇ ਬਾਦਲ ਸਾਹਿਬ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਕੋਈ ਸੁਝਾਅ ਦਿਓ। ਔਰ ਮੈਨੂੰ ਬੜੀ ਵੱਡੀ ਰਾਹਤ ਮਿਲੀ ਜਦੋਂ ਬਾਦਲ ਸਾਹਿਬ ਨੇ ਸਾਨੂੰ ਇਹ ਸੁਝਾਅ ਦਿੱਤਾ ਕਿ ਅੱਜ ਮਾਨਵਤਾ ਦੇ ਤੇ ਭੀੜ ਬਣੀ ਹੈ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਔਰ ਜਥੇਬੰਦੀ ਵਜੋਂ ਜਾਣੀ ਜਾਂਦੀ ਹੈ ਔਰ ਸਰਬੱਤ ਦਾ ਭਲਾ ਮੰਗਦੀ ਹੈ। ਜਦੋਂ ਵੀ ਕਦੀ ਦੇਸ਼ ਵਿੱਚ ਜਾਂ ਕਿਸੇ ਵਿਦੇਸ਼ ਵਿੱਚ ਵੀ ਕੋਈ ਮਾਨਵਤਾ ਦੇ ਨਹੀਂ ਹੈ ਭਾਵੇਂ ਉਹ ਕੋਈ ਸੋਕੇ ਪੈ ਗਏ ਭਾਵੇਂ ਹੜ੍ਹ ਆ ਗਏ ਕਿਤੇ ਤੂਫਾਨ ਆ ਗਏ ਕੋਈ ਬਿਮਾਰੀ ਉਹ ਦਿਨ ਰਾਤ ਇੱਕ ਕਰਕੇ ਸੇਵਾ ਜੁਟਦੀ ਹੈ। ਫਿਰ ਜਦੋਂ ਇਹ ਸਲਾਹ ਕੀਤੀ ਗਈ ਤੇ ਪ੍ਰਧਾਨ ਜੀ ਨੇ ਸਾਨੂੰ ਜਦੋਂ ਇਹ ਗੱਲ ਵਿਚਾਰ ਦਿੱਤਾ ਕਿ ਤੁਸੀਂ ਕੋਈ ਹੱਲ ਕੱਢੋ ਜਿਸ ਤਰ੍ਹਾਂ ਵੀ ਹੋਵੇ ਉਹਦਾ ਹੱਲ ਕੱਢ ਕੇ ਲੋਕਾਂ ਦੀ ਸੇਵਾ ਜੁਟ ਜਾਓ। ਇਮੀਡੀਏਟਲੀ ਅਸੀਂ ਵਾਈਸ ਚਾਂਸਲਰ ਡੀਨ ਸਾਹਿਬ ਡਾਕਟਰ ਸਾਹਿਬ ਸਾਰੇ ਅਸੀਂ ਇਕੱਠੇ ਹੋਏ ਵਿਚਾਰ ਕੀਤੀ ਔਰ ਇੱਕੋ ਹੱਲ ਕੱਢਿਆ ਕਿ ਅਸੀਂ ICU ਤੇ ਥਾਂ ਤੇ ਇੰਨੀ ਛੇਤੀ ਨਹੀਂ ਬਣਾ ਸਕਦੇ ਵੈਂਟੀਲੇਟਰ ਇੰਨੀ ਥਾਂ ਤੇ ਨਹੀਂ ਲਾ ਸਕਦੇ। ਆਲਰੇਡੀ ਸਾਡੇ ਹਸਪਤਾਲ ਦੇ ਵਿੱਚ ਇਸ ਵੇਲੇ 26 ਵੈਂਟੀਲੇਟਰ ਕੰਮ ਕਰ ਰਹੇ ਆ ਔਰ ਪੂਰਾ 100 ਬੈੱਡ ਦਾ ਅਸੀਂ ਕਰੋਨਾ ਮਰੀਜ਼ਾਂ ਵਾਸਤੇ ਬੈੱਡ ਤਿਆਰ ਕੀਤੇ ਹੋਏ ਆ। ਪੂਰਾ ਵਾਰਡ ਸਾਡਾ ਤਿਆਰ ਹੈ ਜਿਹੜਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਜਿਹੜਾ ਕੋਵਿਡ ਬਣਿਆ ਹੋਇਆ ਹਸਪਤਾਲ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ ਉਸ ਹਸਪਤਾਲ 'ਚ ਅਸੀਂ ਪੂਰਾ ਡੈਡੀਕੇਟ ਕਰ ਦਿੱਤਾ ਕਿਉਂਕਿ ਪ੍ਰਧਾਨ ਜੀ ਦਾ ਸਾਨੂੰ ਆਦੇਸ਼ ਸੀ ਕਿ ਤੁਸੀਂ ਵੱਧ ਤੋਂ ਵੱਧ ਇਸ ਬਿਮਾਰੀ ਵਿੱਚ ਸੇਵਾ ਜੁਟੋ। ਅਸੀਂ ਇਮੀਡੀਏਟ ਜਾ ਕੇ ਪਹਿਲਾਂ ਉਹ 100 ਬੈੱਡਡ ਹਸਪਤਾਲ ਜਿਹੜਾ ਸੀ ਉਹ ਡੈਡੀਕੇਟ ਕੀਤਾ। ਲਗਾਤਾਰ ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਅੱਜ ਲੁੱਟ ਪ੍ਰਾਈਵੇਟ ਹਸਪਤਾਲਾਂ 'ਚ ਹੈ ਜੋ ਵੈਂਟੀਲੇਟਰ ਨਹੀਂ ਮਿਲ ਰਹੇ ਸਰਕਾਰੀ ਹਸਪਤਾਲ ਤਬਾਹ ਹੋਏ ਪਏ ਹੈ ਕਿਤੇ ਕੋਈ ਚੀਜ਼ ਨਹੀਂ ਪ੍ਰੋਵਾਈਡ ਹੋ ਰਹੀ। ਵੈਕਸੀਨੇਸ਼ਨ ਸਾਡੇ ਕੋਲ ਆਏ ਵੈਕਸੀਨ ਅਸੀਂ ਫ੍ਰੀ ਲਾਈ ਸਾਰੇ ਅਸੀਂ ਥਾਂ ਤੇ ਜਾ ਕੇ ਕੈਂਪ ਲਾ ਕੇ ਇੰਜੈਕਸ਼ਨ ਦਿੱਤੇ। ਹੁਣ ਵੀ ਅਸੀਂ ਬਹੁਤ ਵੱਡੀ ਇਸ ਗੱਲ ਦੀ ਤਾਕਤ ਮਿਲਦੀ ਹੈ ਕਿ ਜਦੋਂ ਜੇ
समझते हैं कि श्रोमणी अकाली दल ते श्रोमणी गुरुद्वारा प्रबंधक कमेटी पंथ की एक ऐसी जमात है जिन्हें ਜਦੋਂ भी भीड़ बने, ਜਦੋਂ भी किते लोड़ पवे तो उदों डट के अगे होकर तुरते है। तो मैं जिथे ना धन्यवाद करती हाँ उत्थे संगत नाल मेरा प्रॉमिस भी है, वायदा भी है कि धन गुरु रामदास जी के उस नगरी तो जो साडा मैडिकल इंस्टीट्यूशन चल रही है, जो साडा हस्पताल चल रहा है, जो साडी यूनिवर्सिटी चल रही है, इसी तरह दिन रात एक कर देंगे। पर कौम की खातर, पंजाब के लोगों की खातर, सरबत के भले की खातर, इस बीमारी को छुटकारा पाते जिथे भी सानू कोई याद करता सी उत्थे जाके सेंटर खोलते। अज साडा 5वां सेंटर है और तुसीं हैरान होवोगे कि इक्को एक दिन 20 मरीज उत्थे आकर दाखिल होंगे है तो 15 नूं असीं जवाब देने हैं। उसका कारण की है कि जो लैवल 1 लैवल 2 85 तो जो साड़ी सैचुरेशन घट जाती है, जो ऑक्सीजन घट जाती है, असीं रख नहीं सकते, उन्होंने ICU की लोड़ है। इस करके असीं 85 तो उपर वाली जी ऑक्सीजन होंदी है वह जो असीं इलाज कर दें, सारे लोग उस वेले खुश होकर जाते हैं। पूरी डाइट जो सानू प्रिस्क्राइब करते हैं डॉक्टर साहब, जो सानू फ्रूट कहते हैं, जो सानू सूप कहते हैं, जो सानू उत्थे कोई किसी किस्म इम्यूनिटी डिवेलप हो वो सारिया चीज़ां मुहैया कराई गई। और मैं समझती हाँ कि गुरु के घर दे क्योंकि इस घर दे विचों ये दात मिलती है, दुख दारू सुख रोग पिया, ये वाहिगुरू की दारू जड़ा ना ये बाणी का दारू है, क्योंकि इस बाणी तो ही लिमिटेड सोर्स तो ये भी मैं दसना चाहती है कि टेकते ਉਹੀ ਅਸੀਂ ਹਸਪਤਾਲਾਂ ਚਲਾਉਂਦੇ ਹਾਂ, ਉਹੀ ਅਸੀਂ ਸਮਾਜ ਦੀ ਸੇਵਾ ਕਰਦੇ ਹਾਂ, ਉਹੀ ਅਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੇ ਹਾਂ। ਕੋਈ ਸਰਕਾਰ ਦੀਆਂ ਗ੍ਰਾਂਟਾਂ ਨਹੀਂ ਸਾਨੂੰ ਪ੍ਰਾਪਤ ਹੁੰਦੀਆਂ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਸਾਧ ਸੰਗਤ ਜੀ, ਇਹਨਾਂ ਚੀਜ਼ਾਂ ਦੇ ਨਾਲ ਨਿਪਟਣ ਵਾਸਤੇ ਬਹੁਤ ਵੱਡੇ ਸੋਰਸਿਸ ਦੀ ਲੋੜ ਹੁੰਦੀ ਹੈ। ਕੋਈ ਸ਼ਰਧਾਲੂ ਕਿਸੇ ਢੰਗ ਦੀ ਵੀ ਸੇਵਾ ਕਰਨੀ ਚਾਹਵੇ, ਜਿਸ ਤਰ੍ਹਾਂ ਤੁਸੀਂ ਬਹੁਤ ਦੂਰ ਸੇਵਾ 'ਚ ਹਿੱਸਾ ਪਾ ਰਹੇ ਹੋ, ਕੋਈ 10 ਕੰਸੈਂਟਰੇਟਰ ਭੇਜ ਰਿਹਾ, ਕੋਈ 2 ਭੇਜ ਰਿਹਾ, ਕੋਈ 5 ਭੇਜ ਰਿਹਾ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਮੇਰੇ ਵੀਰ ਭੈਣ ਭਰਾ ਜ਼ਰੂਰ ਇਹਦੇ 'ਚ ਸਾਨੂੰ ਸਹਿਯੋਗ ਦਿਓ, ਜਿਹਦੇ ਨਾਲ ਅਸੀਂ ਤੁਹਾਡਾ ਸਾਰਾ ਧੰਨਵਾਦ ਵੀ ਕਰ ਸਕੀਏ ਤੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਸਕੀਏ। ਇਸ ਗੱਲ ਦਾ ਵੀ ਸਾਨੂੰ ਮਾਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਜਿੱਥੇ ਤੁਸੀਂ ਵੱਡੇ ਕੁਰਬਾਨੀਆਂ ਕੀਤੀਆਂ ਨੇ ਸਾਡੀ ਕੌਮ ਨੇ, ਜਿੱਥੇ ਬਹੁਤ ਜਦੋਜਹਿਦ ਕੀਤੀ ਹੈ, ਅੱਜ ਉਹ ਸੰਸਥਾ ਜਿਹੜੀ ਹੈ ਪੂਰੀ ਜ਼ਿੰਮੇਵਾਰੀ ਨਿਭਾ ਕੇ ਆਪਣੀ ਪਾਰਟੀ ਦੇ उस महान योद्धियां नमस्कार भी कर रही है, जिन्होंने साढ़े वास्ते शहीदियां पा के खून डोल के अपनी मेज दे के साड़ी इस फुलवारी को पाया। मैं धन्यवाद करती हैं जिथे सारे इस जिले के प्रधान साहब जी, साबका प्रधान साढ़े लौंगोवाल साहब बैठे है, जिस तरह इन्होंने बड़ी बड़ी सेवा की है। अज भी इन्होंने जो ही फोन किया उस वेले असी इन्हों की बेनती स्वीकार की है। सारे मैंबर साहबान एग्जैक्टिव मैंबर लगातार इस सेवा जुटे हुए है। मैं उन्होंने बेनती कराँगी कि मैं तो रोज़ नहीं आ सकना, तुसी ध्यान रखना, मैनेजर ने ध्यान रखना, सारे प्रबंधकों ने ध्यान रखना कि किसी किस्म की कोई कमी ना आए। डॉक्टर्स गुरु रामदास हस्पताल के 24 घंटे इत्थे आके सेवा करनगे। अजकल कोई डॉक्टर नहीं छेती किते जांदा है। मैं धन्यवाद करदी बेटा, तुसी बहुत बड़ी मेहनत कर रहे हो। अब बच्चियां साडियां देखो, तुसी छोटियां छोटियां उम्रां ने, कोई माँ प्यो छेती किते कोरोना च भेजदा नहीं, पर इन्हां नर्सिस ने, पैरामैडिकल स्टाफ ने, डॉक्टर्स ने दिन रात एक किया होया तां जो असी अपनी सेवा पूरी कर सकीए। बहुत धन्यवाद जी। गुरु कृपा करे, गुरु के चरणों च अरदास सच्चे पातशाह, ये भी दात तेरी दातार, ये दुख भी तेरा सुख भी तेरा, कृपा रखी ते आने वाली समय के उत्ते सारिਆਂ ਨੂੰ सुख शांति नाल इत्थे तंदुरुस्ती देवे। ਬੀਬੀ ਜੀ, ਇਹ ਡੇਰਾ ਮੁਖੀ ਨੇ ਇੱਕ ਵਾਰ ਫੇਰ ਪ੍ਰੋਬਲਮ ਮੰਗੀ ਹੈ, ਕੀ ਤੁਸੀਂ ਸਮਝਦੇ ਆਪਾਂ ਅੱਜ ਦੇ ਦਿਨ ਮੈਂ ਪਹਿਲਾਂ ਕਰ ਤੁਸੀਂ ਅੱਜ ਦਾ ਦਿਨ ਕਰ ਲਈਏ ਪਹਿਲੇ ਪ੍ਰਧਾਨ ਸਾਹਿਬ ਜੀ ਵੀ ਕੱਢਿਓ। ਅੱਜ ਸੰਗਰੂਰ ਵਿੱਚ ਅੱਜ ਸ਼ੁਰੂ ਹੋ ਰਿਹਾ ਇੱਥੇ ऑक्सीजन
ਦੇ ਵਿੱਚ ਲੰਗਰ ਦੀ ਸੇਵਾ ਦੀ ਲੋੜ ਕੀਤੀ। ਅੱਜ ਡਾਕਟਰਾਂ ਦੀ, ਮਰੀਜ਼ਾਂ ਦੀ ਸਾਰੀ ਸੇਵਾ ਵਿੱਚ SGPC ਲੱਗੀ ਹੈ। ਮੈਂ ਵਧਾਈ ਦੇਣਾ ਚਾਹੁੰਦਾ ਬੀਬੀ ਜਗੀਰ ਕੌਰ ਜੀ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੀ ਸੇਵਾ ਦੇਖ ਕੇ ਜੋ SGPC ਨੇ ਸੇਵਾ ਕੀਤੀ, 5 ਹਸਪਤਾਲ ਖੋਲ੍ਹੇ, ਆ ਸਾਰਾ ਕੰਮ ਕਰ ਰਹੀ ਹੈ, ਹਜ਼ਾਰਾਂ ਜਾਨਾਂ ਬਚਾ ਰਹੀ ਹੈ। ਉਸ ਨੂੰ ਦੇਖ ਕੇ ਲੰਡਨ ਅੱਜ ਖੁਸ਼ੀ ਨਾਲ ਮੈਂ ਬੜਾ ਮਾਣ ਹੈ ਸਾਨੂੰ ਕਿ ਵਰਲਡ ਬੁੱਕ ਆਫ ਰਿਕਾਰਡ ਲੰਡਨ ਸਰਟੀਫਿਕੇਟ ਉਹਨਾਂ ਨੇ WHO ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਰਟੀਫਿਕੇਟ ਆਫ ਕਮਿਟਮੈਂਟ ਅੱਜ ਭੇਜੀ ਹੈ। ਲੰਡਨ ਤੋਂ ਆਈ ਹੈ ਵਰਲਡ WHO ਤਰਫੋਂ ਬੀਬੀ ਜਗੀਰ ਕੌਰ ਜੀ ਨੂੰ, ਪ੍ਰੈਜ਼ੀਡੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਈ ਹੈ ਸਰਟੀਫਿਕੇਟ, ਜਿਹਦਾ ਉਹਨਾਂ ਨੇ ਕਿਹਾ ਕਿ ਅਸੀਂ ਬੜੇ ਤੁਹਾਡੇ ਧੰਨਵਾਦੀ ਹਾਂ ਕਿ ਜੋ ਸੇਵਾ ਤੁਸੀਂ ਸੰਭਾਲੀ ਹੈ, ਤੁਹਾਨੂੰ ਅਸੀਂ ਇਹਦਾ ਸਤਿਕਾਰ ਕਰਨਾ ਚਾਹੁੰਦੇ ਹਾਂ, ਇੱਕ ਸਰਟੀਫਿਕੇਟ ਦੇਣਾ ਚਾਹੁੰਦੇ ਹਾਂ। ਆ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ ਆਪਣੀ ਕੌਮ ਕਿ ਦੁਨੀਆ ਦੀ ਆਰਗੇਨਾਈਜੇਸ਼ਨ ਨੇ ਆਪਾਂ ਨੂੰ ਆਪਣੀ ਕੌਮ ਦੀ ਸਨਮਾਨ ਜਥੇਬੰਦੀ ਸਿੱਖ ਕੌਮ ਦਾ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨਾ ਮਾਣ ਦਿੱਤਾ, ਸੇਵਾ ਦਾ ਉਹਨਾਂ ਨੂੰ ਰੈਕਗਨੀਸ਼ਨ ਦਿੱਤੀ ਹੈ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਤਕਰੀਬਨ ਜਿਹੜੇ 5 ਸੈਂਟਰ ਆਪਾਂ ਪੰਜਵਾਂ ਹੈ, 4 ਸੈਂਟਰ ਜੇ ਚੱਲ ਰਿਹਾ, ਤਕਰੀਬਨ 500-600 ਮਰੀਜ਼ ਠੀਕ ਹੋ ਕੇ ਚਲੇ ਗਏ। ਬੜੀ ਖੁਸ਼ੀ ਦੀ ਗੱਲ ਹੈ, ਬੜੀ ਸੇਵਾ, ਸਾਰਾ ਕੁਝ ਉਹਨਾਂ ਨੂੰ ਮਿਲਿਆ ਤੇ ਸਾਰੇ ਠੀਕ ਹੋ ਕੇ ਚਲੇ ਗਏ ਹੈ। ਹੁਣ ਤਕਰੀਬਨ ਸਾਰੇ ਸੈਂਟਰਾਂ 'ਚ 20-25 ਮਰੀਜ਼ ਹੈਗੇ, ਤਕਰੀਬਨ ਸਾਡੇ ਅੱਜ ਦੀ ਤਰੀਕ 'ਚ ਹੋਣੇ ਹੈ ਕੋਈ 150 ਮਰੀਜ਼ ਸਾਡੇ ਸੈਂਟਰਾਂ 'ਚ ਹੋਣਾ, 500 ਠੀਕ ਹੋ ਕੇ ਚਲੇ ਗਏ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਆ ਜਿਹੜੀ ਮਹਾਮਾਰੀ ਹੈ, ਜਿਹੜੀ ਬਿਮਾਰੀ ਹੈ, ਬੜੀ ਖਤਰਨਾਕ ਬਿਮਾਰੀ ਹੈ। ਹੁਣ ਜਿਹੜੀ ਇਹਦਾ ਇੱਕ ਨਵੀਂ ਬਿਮਾਰੀ ਇਹਦੇ ਚੋਂ ਨਿਕਲ ਆਈ ਹੈ, ਫੰਗਸ ਦੀ ਬਿਮਾਰੀ, ਉਹ ਇਹ ਤੋਂ ਵੀ ਖਤਰਨਾਕ ਹੈ। ਉਸ ਬਿਮਾਰੀ ਨਾਲ ਨਿਗਾਹ ਵੀ ਚਲੇ ਜਾਂਦੀ ਹੈ, ਇੱਕਦਮ ਮੌਤ ਵੀ ਹੋ ਜਾਂਦੀ ਹੈ, ਕਈ ਚੀਜ਼ਾਂ ਆਪਣੇ ਆਪ ਹੀ ਹੋ ਜਾਂਦੀਆਂ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ, ਮੈਨੂੰ ਕਹਿਣ ਦੀ ਲੋੜ, ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਦੁਖੀ ਹੋ ਕੇ ਮੈਂ ਕਹਿ ਰਿਹਾ, ਕਿਉਂਕਿ ਮੈਂ ਲਗਾਤਾਰ 10 ਦਿਨ ਦਾ ਲੱਗਿਆ, ਹਲੇ ਤੱਕ ਜਿਵੇਂ ਕੋਈ ਜੂਨ ਹੀ ਇਹਨੂੰ ਛਿੜਕੇ, ਇਹਨੂੰ ਕੋਈ ਪਰਵਾਹ ਹੀ ਨਹੀਂ ਹੈ, ਕੈਪਟਨ ਨੂੰ ਕੋਈ ਪਰਵਾਹ ਨਹੀਂ, ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਲੈਵਲ 1 ਲੈਵਲ 2 ਅਸੀਂ ਦੇ ਰਹੇ ਹਾਂ, ਲੈਵਲ 3 ਹੁੰਦਾ ਜਦੋਂ ਵੈਂਟੀਲੇਟਰ ਤੇ ਬੰਦਾ ਜਾਂਦਾ ਪਰ ਸੀਰੀਅਸ ਹੋ ਜਾਂਦਾ ਹੈ। ਲੈਵਲ 3 ਦੇ 22 ਜ਼ਿਲ੍ਹੇ ਆਪਣੇ ਪੰਜਾਬ, 17 ਜ਼ਿਲ੍ਹਿਆਂ 'ਚ ਵੈਂਟੀਲੇਟਰ ਹੈ ਨਹੀਂ, ਕੋਈ ਲੈਵਲ 3 ਦੀ ਹਸਪਤਾਲ ਹੀ ਹੈ ਨਹੀਂ ਲੈਵਲ 3 ਦਾ, ਇਕੱਲੇ 4 ਜ਼ਿਲ੍ਹਿਆਂ 'ਚ, 4 ਜ਼ਿਲ੍ਹਿਆਂ 'ਚ। ਦੇਖੋ ਹੁਣ ਤਾਈਓਂ ਆਈ ਕਾਰਨ ਹੈ ਅੱਜ ਸਭ ਤੋਂ ਜ਼ਿਆਦੀਆਂ ਮੌਤਾਂ ਕੋਵਿਡ ਕਰਕੇ ਹਿੰਦੁਸਤਾਨ ਜੇ ਕਿਸੇ ਸੂਬੇ 'ਚ ਹੋਈਆਂ, ਰੇਸ਼ੋ ਸਾਂਭ ਲਓ ਤਾਂ ਪੰਜਾਬ ਹੈ। 12,000 ਮੌਤਾਂ ਰੋਜ਼ ਦੀਆਂ, 250, 300, 250 ਮੌਤਾਂ ਹੋ ਰਹੀਆਂ। ਕਿਉਂ ਹੋ ਰਹੀਆਂ? ਕਿਉਂਕਿ ਲੈਵਲ 3 ਦੀ ਆਪਣੀ ਫੈਸਿਲਿਟੀ ਨਹੀਂ। ਸਾਰੇ ਸੂਬਿਆਂ ਨੇ ਪਿਛਲੇ 6 ਮਹੀਨਿਆਂ ਦੇ ਅੰਦਰ ਆਪਣੀ ਲੈਵਲ 3 ਦੀ ਵੈਂਟੀਲੇਟਰ ਦੀਆਂ ਫੈਸਿਲਿਟੀਆਂ ਬਣਾ ਲਈਆਂ ਸੀ, ਪਰ ਆਪਣੀ ਸਰਕਾਰ ਨੇ ਕੁਝ ਨਹੀਂ ਕੀਤਾ। ਜਿਹੜੇ 800 ਵੈਂਟੀਲੇਟਰ ਜਿਹੜੇ ਸੈਂਟਰ ਸਰਕਾਰ ਨੇ ਭੇਜੇ ਵੀ ਸੀ, ਉਹ ਵੀ ਡੱਬਿਆਂ 'ਚ ਪੈ ਰਹੇ। ਮੈਂ ਵੈਂਟੀਲੇਟਰ ਦਿੱਤੇ ਸੀ, ਉਹ ਵੀ ਡੱਬਿਆਂ 'ਚ ਪੈ ਰਹੇ। ਇੱਕ ਬਹੁਤ ਵੱਡੀ ਅਣਗਹਿਲੀ ਹੈ ਮੁੱਖ ਮੰਤਰੀ ਜੀ, ਜਿਹੜੇ ਅਫਸਰ, ਜਿਹੜੇ ਮੰਤਰੀ ਕੋਲ ਮਹਿਕਮਾ, ਜਿਹੜੇ ਅਫਸਰ ਹੈ, ਆ ਜਿਹੜੇ ਇੰਜੈਕਸ਼ਨ ਹੈ, ਵੈਕਸੀਨੇਸ਼ਨ ਹੈ, ਕੋਵਿਸ਼ੀਲਡ ਤੇ ਕੋਵੈਕਸੀਨ, ਤੁਸੀਂ ਦੇਖੋ ਪੰਜਾਬ 'ਚ ਕਿਤੇ ਲੱਗ ਹੀ ਨਹੀਂ ਰਹੇ, ਬਹੁਤ ਘੱਟ ਹੈ, ਤੇ ਕਹਿ ਰਿਹਾ ਕਿ ਸਾਡੇ ਕੋਲ ਅਵੇਲੇਬਲ ਨਹੀਂ ਹੈ। ਮੈਂ ਇਹਨਾਂ ਭਾਂਡਾ ਖੋਲ੍ਹਣਾ ਚਾਹੁੰਦਾ ਸੀ,
ਤੁਸੀਂ ਦੇਖ ਲਓ 4-5 ਦਿਨ ਦੇ ਅੰਦਰ ਅਸੀਂ ਕੋਵੈਕਸੀਨ ਕੰਪਨੀ ਨਾਲ ਗੱਲ ਕੀਤੀ, ਉੱਥੋਂ ਵੈਕਸੀਨ ਦੇ ਪੈਸੇ ਭੇਜ ਦਿੱਤੇ ਤੇ ਮੈਨੂੰ ਲੱਗਦਾ ਕੱਲ ਪਰਸੋਂ ਆ ਜਾਣਗੇ। ਜੇ SGPC ਨੂੰ ਸਾਨੂੰ 4 ਦਿਨਾਂ 'ਚ ਮਿਲ ਸਕਦੇ ਆ, ਅਸੀਂ ਤਾਂ ਬਹੁਤ ਛੋਟੀ ਸੰਸਥਾ ਹੈ। ਸਰਕਾਰ ਕਿਉਂ ਡਿੱਕੀ ਜਾਂਦੀ ਹੈ ਮੈਨੂੰ ਪਤਾ ਨਹੀਂ। ਜਦੋਂ ਜਾਨਾਂ ਸਾਰੀਆਂ ਚਲੇ ਜਾਣੀਆਂ ਉਦੋਂ ਕੈਪਟਨ ਸਾਹਿਬ ਜਾਗਣਗੇ। ਕੀ ਆਪਣੇ ਖਜ਼ਾਨੇ ਦਾ ਪੈਸਾ ਤੁਸੀਂ ਸੰਭਾਲ ਕੇ ਕਿਸ ਵਾਸਤੇ ਰੱਖਣਾ ਹੈ? ਉਹ ਕੰਪਨੀ ਨਾਲ ਗੱਲ ਕੀਤੀ, ਉਹ ਕਹਿੰਦੇ ਸਰਕਾਰ ਸਾਨੂੰ ਪੈਸੇ ਭੇਜੂਗੀ ਤੇ ਅਸੀਂ ਭੇਜ ਦਾਂਗੇ। ਪੰਜਾਬ ਸਰਕਾਰ ਭੇਜੇ ਨਹੀਂ ਪੈਸੇ। ਹੁਣ ਤੁਸੀਂ ਦੇਖ ਲਓ ਪਿਛਲੇ 4 ਦਿਨ ਦਾ ਮੈਂ ਰੌਲਾ ਪਾਇਆ ਕਿ ਤੁਸੀਂ ਇੰਟਰਨੈਸ਼ਨਲ ਟੈਂਡਰ ਕਰੋ। ਪਹਿਲੇ ਇਹਨੇ ਟੈਂਡਰ ਕੀਤਾ, ਹੁਣ ਕੱਲ ਦੇ ਅਖਬਾਰ 'ਚ ਕੈਪਟਨ ਕਹਿੰਦਾ ਕਿ ਮੈਂ ਹੁਣ ਟੈਂਡਰ ਕਰਨ ਲੱਗੇ ਆ। ਕੀ ਸਾਨੂੰ ਦੱਸਣਾ ਪੈਣਾ ਕੈਪਟਨ ਸਾਹਿਬ ਨੂੰ ਕੀ ਕੰਮ ਕਰਨਾ? ਕੈਪਟਨ ਸਾਹਿਬ ਬੜਾ ਦੁੱਖ ਹੈ। ਮੈਂ ਇਸ ਮਹਾਮਾਰੀ ਦੇ ਦੌਰਾਨ ਮੈਂ ਚਾਹੁੰਦਾ ਨਹੀਂ ਸੀ ਕਿ ਅਸੀਂ ਤੁਹਾਡੇ ਖਿਲਾਫ ਕੋਈ ਬੋਲੀਏ, ਕਿਉਂਕਿ ਅਗਵਾਈ ਤੁਸੀਂ ਕਰ ਰਹੇ ਹੋ। ਜੇ ਅਗਵਾਈ ਤੁਹਾਨੂੰ ਪੰਜਾਬ ਦੀ ਜਨਤਾ ਨੇ ਅਗਵਾਈ ਕਰਨ ਦਾ ਮੌਕਾ ਦਿੱਤਾ, ਪਰ ਇਹ ਅਗਵਾਈ ਕਰਨ ਦਾ ਮੌਕਾ ਦਿੱਤਾ, ਸੇਵਾ ਕਰਨ ਦਾ ਮੌਕਾ ਦਿੱਤਾ। ਚਲੋ 4 ਸਾਲ ਭਾਵੇਂ ਤੁਸੀਂ ਨਹੀਂ ਕੀਤਾ ਕੁਝ, ਹੁਣ ਤਾਂ ਤੁਹਾਨੂੰ ਬਚਾਉਣਾ ਚਾਹੀਦਾ ਪੰਜਾਬ ਨੂੰ। ਘੱਟ ਤੋਂ ਘੱਟ ਹੁਣ ਤਾਂ ਤੁਸੀਂ ਲੱਗ ਜਾਓ। ਕਈ ਕੰਮ ਕਰਨ ਵਾਲੇ ਆ। ਇਮੀਡੀਏਟਲੀ ਤੁਸੀਂ ਘੱਟ ਤੋਂ ਘੱਟ 50-100 ਕਰੋੜ ਰੁਪਇਆ ਭੇਜ ਕੇ ਆਪਣੇ ਵੈਕਸੀਨ ਇਮੀਡੀਏਟਲੀ ਬੁੱਕ ਕਰੋ। ਇੰਡੀਅਨ ਕੰਪਨੀ ਸਪੂਟਨਿਕ ਤੇ ਜਿਹੜੀ ਕੋਵੈਕਸੀਨ ਹੈ, ਉਹਨਾਂ ਦੀ ਕੰਪਨੀਆਂ ਦੇਣ ਨੂੰ ਤਿਆਰ ਹੈ, ਪਰ ਉਹ ਕਹਿੰਦੇ ਸਾਨੂੰ ਪੈਸਾ ਭੇਜਣ ਦੇ ਅਸੀਂ ਦੇ ਦਾਂਗੇ। ਪੰਜਾਬ ਸਰਕਾਰ ਨੂੰ ਇਮੀਡੀਏਟਲੀ 100 ਕਰੋੜ 200 ਕਰੋੜ ਦੀ ਇਮੀਡੀਏਟਲੀ ਐਲੋਕੇਸ਼ਨ ਕਰਕੇ ਉਹਨਾਂ ਨੂੰ ਭੇਜਣ ਤੇ ਨਾਲ ਦੇ ਨਾਲ ਵੈਕਸੀਨ ਮਿਲਾਉਣ। ਤੇ ਮੈਂ ਤੁਹਾਨੂੰ ਅਸ਼ੋਰ ਕਰਦਾ, ਸ਼੍ਰੋਮਣੀ ਅਕਾਲੀ ਦਲ ਦੇ ਹਰ ਪਿੰਡ ਦੇ ਵਰਕਰ ਤੁਹਾਡੇ ਨਾਲ ਲੱਗ ਕੇ ਤੁਹਾਡੀ ਸਹਾਇਤਾ ਕਰਨਗੇ, ਵੈਕਸੀਨ ਲਵਾਉਣ ਦੀ ਸਹਾਇਤਾ ਕਰਨਗੇ, ਲੋਕਾਂ ਨੂੰ ਮੋਟੀਵੇਟ ਕਰਨਗੇ। ਕਿਉਂਕਿ ਮੈਂ ਪਹਿਲੇ ਵੀ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ, ਆਹ ਬਿਮਾਰੀ ਤੋਂ ਆਪਾਂ ਤਾਂ ਬਚ ਸਕਦੇ ਹਾਂ ਜੇ ਆਪਾਂ ਇੰਜੈਕਸ਼ਨ ਲਵਾ ਕੇ ਆ ਦੋਨੋਂ ਇੰਜੈਕਸ਼ਨ ਜਿਹੜੇ ਕੋਵੈਕਸੀਨ ਦੀ ਲੱਗਦੇ ਆ ਉਹ ਆਪਾਂ ਜ਼ਰੂਰ ਲਵਾਈਏ। ਕਈ ਗਲਤ ਅਫਵਾਹਾਂ ਲੋਕੀ ਉਠਾ ਦਿੰਦੇ ਆ ਕਿ ਆ ਇੰਜੈਕਸ਼ਨ ਨਾਲ ਪਤਾ ਨਹੀਂ ਕੀ ਹੋ ਜਾਊਗਾ, ਇੰਜੈਕਸ਼ਨ ਨਾਲ ਪਤਾ ਨਹੀਂ ਕੀ ਹੋਊਗਾ। ਕੁਝ ਨਹੀਂ ਹੋਣਾ। ਇੱਕ ਚੀਜ਼ ਹੋਣੀ ਹੈ, ਤੁਹਾਡੀ ਜਾਨ ਬਚ ਜਾਣੀ ਹੈ। ਜੇ ਜਾਨ ਬਚਾਉਣੀ, ਆਪਣੀ ਬਚਾਉਣੀ, ਆਪਣੇ ਬੱਚਿਆਂ ਦੀ ਬਚਾਉਣੀ, ਆਪਣੇ ਬਜ਼ੁਰਗ ਮਾਤਾ ਪਿਤਾ ਦੀ ਜਾਨ ਬਚਾਉਣੀ ਹੈ, ਆਪਣੇ ਪਿੰਡਾਂ ਦੇ ਲੋਕਾਂ ਦੀ ਜਾਨ, ਸ਼ਹਿਰਾਂ ਦੀ ਲੋਕਾਂ ਦੀ ਜਾਨ ਬਚਾਉਣੀ ਹੈ, ਕਿਸੇ ਦੀ ਗੱਲ 'ਚ ਨਾ ਹੋ। ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ, ਮੈਂ ਅਪੀਲ ਵੀ ਕਰਦਾ ਮੁੱਖ ਮੰਤਰੀ ਜੀ ਨੂੰ, ਅਸੀਂ ਅੱਗੇ ਲੱਗਾਂਗੇ ਜੇ ਤੁਸੀਂ ਚਾਹੁੰਦੇ ਆ। ਪਿੰਡ ਪਿੰਡ ਤੱਕ ਸਾਡੇ ਵਰਕਰ ਤੁਹਾਡੇ ਨਾਲ ਸਾਥ ਦੇ ਕੇ ਇੰਜੈਕਸ਼ਨ ਵੀ ਲਾਉਣਗੇ। ਪਰ ਇੱਕ ਬੇਨਤੀ ਜ਼ਰੂਰ ਹੈ, ਜਿਹੜੇ ਅੱਜ ਹਾਲਾਤ ਪਿੰਡਾਂ ਦੇ ਆ ਬਹੁਤ ਗੰਭੀਰ ਹਾਲਾਤ ਹੈ। ਹਰ ਜਗ੍ਹਾ ਤੇ 100 ਪਿੰਡ ਦੇ ਵਿੱਚ ਮਰੀਜ਼ ਹੈ। ਬਹੁਤ ਲੋਕੀ ਦਾ ਮੌਤਾਂ ਹੋ ਰਹੀਆਂ ਜਿਹੜੀਆਂ ਤੁਹਾਡੇ ਆ ਦਿਖਾਈ ਨਹੀਂ ਦਿੰਦਾ। ਤੁਹਾਡੀ ਲਿਸਟ ਜਿਹੜੀ ਆਉਂਦੀ ਹੈ ਥੋੜੀ ਦਿਖਾਈ ਨਹੀਂ ਦਿੰਦੀ। ਜਿਵੇਂ SGPC ਨੇ ਆ 5 ਸੈਂਟਰ ਖੋਲ੍ਹਤੇ। ਮੈਂ ਬੇਨਤੀ ਕਰਦਾ ਮੁੱਖ ਮੰਤਰੀ ਜੀ ਨੂੰ, ਤੁਹਾਡੇ ਕੋਲੇ ਸਰਕਾਰ ਹੈ, ਸਾਰੇ ਮੈਡੀਕਲ ਕਾਲਜ ਤੁਹਾਡੇ ਥੱਲੇ ਹੈ, ਇੰਸਟੀਟਿਊਸ਼ਨ ਸਾਡੇ ਕੋਲੇ ਤਾਂ ਇੱਕ SGPC ਕੋਲੇ ਇਕੱਲਾ ਇੱਕ ਕਾਲਜ ਹੈ। ਇੱਕ ਕਾਲਜ 'ਚੋਂ ਅਸੀਂ ਤਕਰੀਬਨ 8 ਤੋਂ 10 ਸੈਂਟਰ ਖੋਲ੍ਹ ਲਾਂਗੇ। 220 ਬਲਾਕ ਹੈ ਪੰਜਾਬ ਦੇ। ਜਿਵੇਂ 220 ਅਸੀਂ ਸੈਂਟਰ ਖੋਲ੍ਹੇ ਹੈ, 25-30 ਬੈੱਡ ਦੇ 220 ਬਲਾਕਾਂ ਤੁਸੀਂ ਖੋਲ੍ਹ ਦਿਓ, ਤੁਸੀਂ ਦੇਖੋ ਕਿੰਨੀਆਂ ਜਾਨਾਂ ਬਚ ਸਕਣਗੀਆਂ। ਫੈਸਲਾ ਲੈ ਲਓ। ਜੇ ਕਿਸੇ ਚੀਜ਼ ਦੀ ਸਪੋਰਟ ਦੀ ਲੋੜ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਅਸੀਂ ਤੁਹਾਡੀ ਸੇਵਾ ਸਪੋਰਟ ਕਰਨ ਨੂੰ ਤਿਆਰ ਹੈ ਇਸ ਮਕਸਦ 'ਚ। ਪਰ ਫੈਸਲਾ ਲਓ, ਆਪਣੇ ਮਿਨਿਸਟਰਾਂ ਨੂੰ ਕਹੋ ਵੰਡ ਦਿਓ, ਇਲਾਕੇ ਵੰਡ ਦਿਓ ਕਿ ਆਹ ਤੁਸੀਂ ਸੰਭਾਲਣਾ, ਆਹ ਸੈਕਟਰੀ ਨੇ ਆਹ ਸੰਭਾਲਣਾ, ਆਹ ਕਰਨਾ ਹੈ। ਤੇ ਇੱਕ ਹਫ਼ਤੇ ਦੇ ਅੰਦਰ ਚਾਈਨਾ ਨੇ ਜਦੋਂ ਬਿਮਾਰੀ ਸ਼ੁਰੂ ਹੋਈ 1 ਮਹੀਨੇ ਦੇ ਅੰਦਰ 100 ਬੈੱਡ ਦਾ ਹਸਪਤਾਲ ਬਣਾਤਾ। ਮੈਂ ਬੀਬੀ ਜੀ ਨੂੰ ਗੱਲ ਕੀਤੀ, ਆ ਜਿੰਨੇ ਵੀ ਸੈਂਟਰ ਅਸੀਂ ਬਣਾਏ ਹੈ 3-3 ਦਿਨਾਂ 'ਚ ਇੱਕ ਸੈਂਟਰ ਬਣਾਇਆ। 3-3 ਦਿਨਾਂ 'ਚ ਜੇ ਅਸੀਂ 3-3 ਦਿਨਾਂ 'ਚ ਸੈਂਟਰ ਬਣਾ ਸਕਦੇ ਹਾਂ, ਪੰਜਾਬ ਸਰਕਾਰ ਦੀ ਤਾਂ ਬਹੁਤ ਵੱਡੀ ਸ਼ਕਤੀ ਹੈ। ਆਪਣੀ ਸ਼ਕਤੀ ਪਛਾਣੋ ਤੇ 200-250 ਬਲਾਕ ਦੇ ਵਿੱਚ ਹਰ ਬਲਾਕ 'ਚ ਇੱਕ ਬਣਾ ਦਿਓ, ਤਾਂ ਹੀ ਜਾਨਾਂ ਬਚਣਗੀਆਂ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਊਗਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਫਿਰ ਤੋਂ ਮੈਂ ਬੀਬੀ ਜਗੀਰ ਕੌਰ ਜੀ ਦਾ, SGPC ਦਾ, ਆ ਜਿਹੜੇ ਖਾਸ ਕਰਕੇ ਜਿਹੜੇ ਡਾਕਟਰ ਤੇ ਨਰਸਿਸ SGPC ਦੀ ਇੱਥੇ ਸੇਵਾ ਕਰ ਰਹੀਆਂ, ਦੇਖੋ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ। ਪਰ ਉਸ ਜਗ੍ਹਾ ਸੇਵਾ ਕਰਨੀ ਜਿੱਥੇ ਆਪਣੀ ਜਾਨ ਦਾ ਖਤਰਾ ਹੈ, ਉੱਥੇ ਸੇਵਾ ਕਰ ਰਹੀਆਂ। ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ। ਡਾਕਟਰ AP ਸਿੰਘ ਤੇ ਉਹਨਾਂ ਦੀ ਟੀਮ ਦਾ, ਗੁਰੂ ਰਾਮਦਾਸ ਹਸਪੀਟਲ ਟੀਮ ਦਾ ਧੰਨਵਾਦ ਕਰਦਾ। ਤੇ SGPC ਦੀ ਸੰਸਥਾ ਦਾ, SGPC ਮੈਂਬਰਾਂ ਨੂੰ ਮੈਂ ਬੇਨਤੀ ਕਰਦਾ
ਕਿ ਤੁਸੀਂ ਇਨਸ਼ੋਰ ਕਰਿਓ ਇੱਥੇ ਜਿਹੜੇ ਮਰੀਜ਼ ਆ ਰਹੇ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹੇ। ਡਾਕਟਰਾਂ ਦੀ ਕਮੀ ਆ ਰਹੀ ਹੈ, ਸੈਂਟਰ ਤਾਂ ਖੁੱਲ ਰਿਹਾ ਪਰ ਡਾਕਟਰ ਹੈ ਨਹੀਂ। ਜੋ ਡਾਕਟਰ ਹੈਗੇ ਨੇ ਉਹ ਕਹਿੰਦੇ ਨੇ ਵੀ ਸਾਡੇ ਉੱਤੇ ਪ੍ਰੈਸ਼ਰ ਇੰਨਾ ਜ਼ਿਆਦਾ ਹੈ, ਅਸੀਂ ਡਿਊਟੀ ਕਰਨ ਵਿੱਚ ਅਸਮਰਥ ਰਹਿ ਰਹੇ ਹਾਂ, ਜਿਹਦੇ ਕਰਕੇ ਜ਼ਿਆਦਾ ਹੋ ਰਿਹਾ। ਹੁਣ ਸੈਂਟਰ ਤਾਂ ਇੱਥੇ ਵੀ ਖੁੱਲ ਗਿਆ ਜੀ, ਕੈਬਨਿਟ ਮੰਤਰੀ ਵਿਜੇਂਦਰ ਸਿੰਘ ਪਰ ਡਾਕਟਰਾਂ ਦੀ ਕਮੀ ਹੈ ਜਿੱਥੇ। ਮੈਂ ਉਹੀ ਕਹਿਣਾ ਚਾਹਣਾ, ਜਿਹੜੇ ਐਸਜੀਪੀਸੀ ਦੇ ਸੈਂਟਰ ਹੈ ਉੱਥੇ ਡਾਕਟਰ ਵੀ ਹੈ, ਐਸਜੀਪੀਸੀ ਦੇ ਆਪਣੇ, ਉੱਥੇ ਨਰਸ, ਜਿਵੇਂ ਇੱਥੇ ਹੈ, ਇੱਥੇ ਮੈਨੂੰ ਲੱਗਦਾ ਕਿੰਨੇ ਡਾਕਟਰ ਹੈ ਜੀ ਐਪੀਸੀ? 8 ਡਾਕਟਰ ਇੱਥੇ ਤੇ 24 ਨਰਸਿਸ ਇਹ ਸੈਂਟਰ। ਜੇ ਐਸਜੀਪੀਸੀ ਦੇ 10 ਸੈਂਟਰਾਂ 'ਚ ਡਾਕਟਰ ਤੇ ਨਰਸਿਸ ਹੈ, ਸਾਡੇ ਕੋਲ ਤਾਂ ਇੱਕੋ ਹੀ ਸੰਸਥਾ ਹੈ ਛੋਟੀ ਜੀ। ਪੰਜਾਬ ਸਰਕਾਰ ਕਿਉਂ ਨਹੀਂ ਕਰ ਸਕਦੀ ਡਾਕਟਰ ਦਾ ਇੰਤਜ਼ਾਮ? ਆ ਨਾਲ ਇੱਥੇ ਪੀਜੀਆਈ ਦਾ ਸੈਂਟਰ ਹੈ, ਇੱਥੋਂ ਡਾਕਟਰ ਲੈ ਲੈਣ, ਇੱਥੋਂ ਨਰਸਿਸ। ਡਾਕਟਰ ਕਿਉਂ ਜਾਣਗੇ ਨਰਸਿਸ? ਹੁਣ ਹਾਲਾਤ ਦੱਸਾਂ ਤੁਹਾਨੂੰ ਕੀ ਹੈ। ਏਮਸ ਬਠਿੰਡੇ ਨੇ ਨਰਸਿਸ ਦਿੱਤੀਆਂ ਪੰਜਾਬ ਸਰਕਾਰ ਨੂੰ, ਕਿਉਂ ਆਈਆਂ? ਵਾਪਸ ਭੱਜ ਕੇ ਆਈਆਂ। ਨਾ ਉਹਨਾਂ ਨੂੰ ਰੋਟੀ ਦਿੱਤੀ, ਨਾ ਰਹਿਣ ਨੂੰ ਜਗ੍ਹਾ ਦਿੱਤੀ, ਬਾਹਰ ਬਿਸਤਰੇ ਲਾਤੇ, ਉਹਨਾਂ ਮੰਜੇ ਲਾਤੇ। ਉਹ ਤਾਂ ਬਾਦਲ ਸਾਹਿਬ ਜਿਹੜੇ ਜਾਣਦੇ ਨਹੀਂ ਹੈਗੇ, ਉਹਨਾਂ ਨੂੰ ਕੰਮ ਦਾ ਨਹੀਂ ਪਤਾ ਕੀ ਹੈ। ਜੇ ਫਿਰ ਇੱਕ ਵਾਰ ਦੱਸਾਂ, ਏਮਸ ਹਸਪਤਾਲ ਵਿੱਚ ਨਰਸ ਹੋਏ ਨੂੰ ਕੰਮ ਦਾ ਨਹੀਂ ਪਤਾ? ਤੁਸੀਂ ਗੱਲ ਸਮਝਦੇ? ਮੈਨੂੰ ਲੱਗਦਾ ਇਹਦਾ ਦਿਮਾਗ ਇਹਨਾਂ ਦਾ ਹਿੱਲ ਗਿਆ ਹੈ ਕਿ ਜਿਹੜੇ ਤੁਹਾਨੂੰ ਕੋਈ ਸੇਵਾ ਕਰਨ ਆਇਆ ਹੈ, ਤੁਸੀਂ ਉਹਨਾਂ ਨੂੰ ਰੋਟੀ ਵੀ ਨਹੀਂ ਦੇਣੀ, ਤੁਸੀਂ ਬਾਹਰ ਛੱਡ ਦੇਣਾ। ਜਿਹੜਾ ਬੰਦਾ ਸੇਵਾ ਕਰਨਾ ਹੈ, ਏਮਸ ਹਸਪਤਾਲ ਹੈ, ਫਿਰ ਤੁਸੀਂ ਕਹੋਗੇ। ਇਸ ਕਰਕੇ ਮੈਂ ਇਸ ਜਗ੍ਹਾ ਤੇ ਸਿਆਸਤ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਇੱਕੋ ਹੀ ਕਹਿਣਾ ਚਾਹੁੰਦਾ, ਪੰਜਾਬ ਸਰਕਾਰ ਚਾਹੇ 200 ਸੈਂਟਰ ਇੱਕ ਹਫ਼ਤੇ ਦੇ ਅੰਦਰ ਖੋਲ ਸਕਦੀ ਹੈ। ਇੱਕ ਡੀਸੀ ਦੇ ਅਫਸਰ, ਇੰਨੇ ਡਾਕਟਰ ਹੈ ਨਹੀਂ। ਜੇ ਅਸੀਂ 10 ਸੈਂਟਰ ਕਰਨੇ, 200 ਹੋਰ ਖੋਲ੍ਹਣੇ ਆ, ਤੇ ਪੰਜਾਬ ਕਿੰਨੇ ਕਾਲਜ ਜਗ੍ਹਾ ਦਿੱਤੀ ਜਾ ਰਹੀ ਹੈ ਪਰ ਵੈਂਟੀਲੇਟਰ ਚਲਾਉਣ ਦੇ ਜ਼ਿਲ੍ਹੇ ਦਾ ਮੇਨ ਹਸਪਤਾਲ ਹੈ ਕਿਹੜਾ ਨਾਟਾ ਨੂੰ ਤਾਂ ਹਸਪੀਟਲ ਦੇ ਵਿੱਚ ਵਿਜੇਂਦਰ ਸਿੰਘ ਵੱਲੋਂ ਜਗ੍ਹਾ ਦਿੱਤੀ ਗਈ ਹੈ ਜੀ ਬਣਾਉਣ ਲਈ, ਪਰ ਜ਼ਿਲ੍ਹੇ ਦਾ ਮੇਨ ਹਸਪੀਟਲ ਹੈ ਤੇ ਵੈਂਟੀਲੇਟਰ ਚਲਾਉਣ ਵਾਲਾ ਡਾਕਟਰ ਹੀ ਹੈ ਨਹੀਂ। ਮੈਂ ਉਹੀ ਕਿਹਾ, ਕੈਪਟਨ ਸਾਹਿਬ ਦੀ ਸਰਕਾਰ ਨੇ, ਤੁਸੀਂ ਹੈਰਾਨ ਰਹਿ ਜਾਓਗੇ, 22 ਜ਼ਿਲ੍ਹਿਆਂ ਵਿੱਚੋਂ 17 ਜ਼ਿਲ੍ਹਿਆਂ ਵਿੱਚ ਹੈ ਨਹੀਂ ਕੁਝ ਆਈਸੀਯੂ ਦਾ, ਜੇ ਨਾ ਵੈਂਟੀਲੇਟਰ ਦਾ ਕੁਝ ਵੀ ਨਹੀਂ। ਮੌਤਾਂ ਹੋ ਰਹੀਆਂ ਕਿਉਂਕਿ ਜਦੋਂ ਲੋਕੀ ਭੱਜਦੇ ਆ ਹਸਪਤਾਲ 'ਚ, ਉੱਥੇ ਹਸਪਤਾਲ 'ਚ ਵੈਂਟੀਲੇਟਰ ਹੈ ਨਹੀਂ ਤੇ ਲੋਕਾਂ ਦੀ ਮੌਤਾਂ ਹੋ ਰਹੀਆਂ। ਦੂਜੇ ਸੂਬਿਆਂ 'ਚ ਕਿਉਂ ਨਹੀਂ ਇੰਨੀਆਂ ਮੌਤਾਂ ਹੋ ਰਹੀਆਂ? ਕਿਉਂਕਿ ਉੱਥੇ ਵੈਂਟੀਲੇਟਰ ਆਈਸੀਯੂ ਦਾ ਹਰ ਜ਼ਿਲ੍ਹੇ ਪ੍ਰਬੰਧ ਹੈ, ਆਪਣੇ ਨਹੀਂ ਹੈ। ਕਮੀ ਇਸ ਤਰ੍ਹਾਂ ਦੀ ਹੈ। ਇਲੈਕਸ਼ਨ ਆ ਗਏ, ਇਲੈਕਸ਼ਨ ਦੀ ਤਿਆਰੀ ਕਰ ਰਹੀ ਹੈ ਸਰਕਾਰ ਤਾਂ। ਇੱਕੋ ਹੀ ਸੀਟ ਸੀ ਉਹ ਰੈਬਲ ਹੋ ਗਏ ਜੀ। ਹੁਣ ਸੰਗਰੂਰ ਲਈ ਕੀ ਸਟ੍ਰੈਟਜੀ ਬਣਾਈ ਹੈ ਤੁਸੀਂ? ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ, ਸਾਡਾ ਹੁਣ ਕੋਈ ਨਿਗਾਹ ਇਲੈਕਸ਼ਨ ਤਰਫ ਨਹੀਂ ਹੈ। ਕਿਹੜਾ ਆਪਾਂ ਆਪਣੇ ਪੰਜਾਬੀ, ਆਪਣੀ ਕੌਮ ਨੂੰ ਬਚਾਈਏ। ਤੇ ਮੈਂ ਤਾਂ ਅਸੀਂ ਲਗਾਤਾਰ ਆਹੀ ਕੰਮ ਲੱਗਿਆ 24 ਘੰਟੇ ਇਹਨਾਂ ਨਾਲ ਡੇਲੀ ਮੇਰੀ ਆਹੀ ਗੱਲ ਹੁੰਦੀ ਹੈ। ਹੁਣ ਕੱਲ ਸਾਡਾ ਨਵਾਂ ਸੈਂਟਰ ਅਸੀਂ ਬੁਲਾਡੇ ਖੋਲ੍ਹਣ ਲੱਗੇ ਹਾਂ, ਉਹਦੇ ਬਾਅਦ ਅਸੀਂ ਰੋਪੜ, ਫਿਰ ਦੂਜੇ ਲਗਾਤਾਰ ਅਸੀਂ ਤਾਂ ਸੋਚਿਆ ਕਿ ਅਸੀਂ ਤਾਂ ਕਰਨਾ, ਜੇ ਸਰਕਾਰ ਕਰੇ ਨਾ ਕਰੇ। ਹੁਣ ਅਸੀਂ ਕਹਿ ਕੇ ਥੱਕ ਗਏ। ਅਸੀਂ ਜਦੋਂ ਸਾਡੇ ਕੋਲ ਪੈਸਾ ਅਸੀਂ ਭੇਜ ਦਿੱਤਾ 50 ਲੱਖ ਰੁਪਇਆ ਐਡਵਾਂਸ, ਅੱਜ ਐਸਜੀਪੀਸੀ ਨੇ ਭੇਜ ਦਿੱਤਾ ਕੰਪਨੀ ਨੂੰ, ਤੇ ਜਦੋਂ ਵੈਕਸੀਨ ਆ ਗਈ ਅਸੀਂ ਕੈਂਪ ਲਵਾਂਗੇ, ਜਿੱਥੇ ਗੁਰੂ ਘਰਾਂ 'ਚ ਆਪਣੇ ਕੈਂਪ ਲੱਗਣਗੇ, ਉੱਥੇ ਆ ਕੇ ਸੰਗਤਾਂ ਨੂੰ। 220 ਬਲਾਕ ਨੇ ਪੰਜਾਬ ਦੇ ਵਿੱਚ ਟੋਟਲ, ਜੇਕਰ 220 ਬਲਾਕ ਦੇ ਵਿੱਚ ਸੇਵਾ ਸੰਭਾਲਣ ਲਈ ਐਸਜੀਪੀਸੀ ਸਰਕਾਰ ਦਿੰਦੀ ਆ, ਕਿਹੋ ਜਿਹਾ ਪ੍ਰਬੰਧ ਰਹੇਗਾ ਲੰਗਰ ਸਵਾਸਥ? ਸਾਡੇ ਕੋਲੇ ਇਹ ਸਰਕਾਰ ਦੀ ਡਿਊਟੀ ਹੈ, ਸਾਡੀ ਤੇ ਸੇਵਾ ਕਰਨੀ ਡਿਊਟੀ ਹੈ। ਠੀਕ ਹੈ ਜੀ, ਅਸੀਂ ਜਿੱਥੇ ਵੀ ਇਹ ਦੇਖਦੇ ਹਾਂ ਕਿ ਮਾਨਵਤਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ, ਜਿੰਨੇ ਸਾਡੇ ਸੋਰਸਸ ਹੈ, ਜਿੰਨੇ ਸਾਡੇ ਡਾਕਟਰਸ ਹੈ, ਅਸੀਂ ਉਹਦੇ ਨਾਲ ਸੇਵਾ ਕਰ ਰਹੇ ਹਾਂ। ਅਸੀਂ ਕੋਈ ਗਰੰਟਾਂ ਸਰਕਾਰਾਂ ਕੋਲ ਨਹੀਂ ਲੈ ਰਹੇ। ਸਾਡਾ ਸਾਰੇ ਕੋਈ ਜਿੰਨਾ ਮੈਂ ਇੱਕੋ ਹੀ ਕਹਿਣਾ ਚਾਹਣਾ ਹੈ, ਦੇਖੋ ਜਿੰਨਾ ਸਾਡੇ ਕੋਲੇ ਸਾਧਨ ਸੀ ਅਸੀਂ ਸਾਰਾ ਝੋਕਤਾ। 220 ਸੈਂਟਰ ਸਾਡੇ ਕੋਲੇ ਨਹੀਂ ਸੰਭਾਲੇ ਜਾਂਦੇ। ਮੈਂ ਤੁਹਾਨੂੰ ਜੇ ਝੂਠ ਬੋਲਾਂਗੇ, ਅਸੀਂ ਯਸ ਜੇ ਉਹ ਸੈਂਟਰ ਖੋਲਣ, ਲੰਗਰ ਦੀ ਸੇਵਾ ਅਸੀਂ ਕਰ ਸਕਦੇ, ਲੰਗਰ ਦੀ ਸੇਵਾ ਅਸੀਂ ਕਰ ਸਕਦੇ। ਤੇ ਮੈਂ ਇੱਕੋ ਵੀ ਕਹਿਣਾ, ਸਰਕਾਰ ਵਾਸਤੇ ਕੋਈ ਔਖਾ ਨਹੀਂ, ਕਿਉਂਕਿ ਸਰਕਾਰ ਕੋਲੇ ਡਾਕਟਰ ਤੇ ਨਰਸਿਸ ਹੈਗੀਆਂ। ਕਿੰਨੇ? ਨਹੀਂ, ਕੈਪਟਨ ਸਾਹਿਬ ਡੀਕ ਰਿਹਾ ਜਿਹੜਾ ਮੁਫਤ ਸੈਂਟਰ ਸਰਕਾਰ ਦੇ ਰਹੀ ਹੈ ਵੈਕਸੀਨ, ਉਹਨਾਂ ਦਾ। ਜੇ ਅਸੀਂ 4 ਦਿਨਾਂ ਦੇ ਅੰਦਰ 4 ਦਿਨਾਂ ਦੇ ਐਸਜੀਪੀਸੀ ਮੰਗਾ ਸਕਦੀ ਹੈ, ਉਹ ਕਿਉਂ ਨਹੀਂ ਕਰ ਸਕਦੇ? 50 ਲੱਖ ਉਹਨੇ ਮੰਗਿਆ ਕੰਪਨੀ ਨੇ, ਪਰਸੋਂ ਅਸੀਂ ਚੈੱਕ ਭੇਜਤਾ ਉਹਨਾਂ ਨੇ ਨਾਲ ਚੰਗਾ ਭੇਜ ਦੇ ਆ ਚੰਗਾ ਤੇ ਉनको ਹਫਤਾ ਤਾਂ ਨਹੀਂ, ਮਹੀਨਾ ਤਾਂ ਨਹੀਂ ਲੱਗਦਾ। ਕਰੋ ਸ਼ੁਰੂ ਕਰਨ। ਮੈਂ ਤਾਂ ਕਹਿੰਦਾ, ਮੈਂ ਬੇਨਤੀ ਕਰਦਾ ਸ਼ੁਰੂ ਕਰੋ।
100 ਕਰੋੜ ਲੱਗੇ, 200 ਕਰੋੜ ਲੱਗੇ, 500 ਕਰੋੜ ਲੱਗੇ, ਸੜਕਾਂ ਬਾਅਦ ਚ ਬਣਾ ਲਾਂਗੇ, ਸੀਵਰੇਜ ਬਾਅਦ ਚ ਪਾ ਲਾਂਗੇ, ਕੋਈ ਲੋੜ ਨਹੀਂ ਹਲੇ। ਕਿਹੜਾ ਤੁਸੀਂ, ਮੈਂ ਕਹਿੰਦਾ ਜਿੰਨਾ ਪੈਸਾ ਕੰਪਨੀਆਂ ਨੂੰ ਹੋ ਕੀ ਰਿਹਾ, ਸਾਰੇ ਇੱਕ ਹੋ ਕੀ ਰਿਹਾ, ਸਾਰੇ ਸੂਬਿਆਂ ਦੀਆਂ ਸਰਕਾਰਾਂ ਪ੍ਰੈਸ਼ਰ ਪਾ ਰਹੀਆਂ। ਜਿਹੜਾ ਵੱਧ ਪਹਿਲੇ ਪੈਸੇ ਭੇਜ ਦੂਗਾ, ਜਿਹੜਾ ਪਹਿਲੇ ਉੱਥੇ ਜ਼ੋਰ ਲਾ ਲੂਗਾ ਤੇ ਲੈ ਲੂਗਾ। ਜੋ ਪਹਿਲੇ, ਹੁਣ ਤੁਸੀਂ ਗੱਲ ਦੱਸੋ, 15 ਦਿਨ ਪਹਿਲੇ ਅਖਬਾਰ 'ਚ ਆਇਆ ਕਿ ਅਸੀਂ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਕੋਵੈਕਸੀਨ ਆਰਗੇਨਾਈਜੇਸ਼ਨ ਆ, ਉਹਨੂੰ ਅਸੀਂ ਟੈਂਡਰ ਕਰਨ ਲੱਗੇ ਹਾਂ। ਮੈਂ ਅਗਲੇ ਦਿਨ ਕੀ ਬਿਆਨ ਦਿੱਤਾ ਸੀ ਕਿ ਉਸ ਕੰਪਨੀ ਨੂੰ ਨਹੀਂ ਉਹਨਾਂ ਨੇ ਲੈਣਾ ਤੁਹਾਡਾ, ਕਿਉਂਕਿ ਉਹ ਇਕੱਲੇ ਦੇਸ਼ਾਂ ਨਾਲ ਡੀਲ ਕਰਦੇ ਆ। ਮੈਂ ਕਿਹਾ ਤੁਸੀਂ ਇੰਟਰਨੈਸ਼ਨਲ ਬਿਡ ਮੰਗੋ, ਤੇ ਕੱਲ ਕੀ ਬਿਆਨ ਹੈ ਕੈਪਟਨ, ਹਾਂਜੀ ਅਸੀਂ ਹੁਣ ਇੰਟਰਨੈਸ਼ਨਲ ਬਿਡ ਮੰਨ ਰਹੇ ਹਾਂ। ਯਾਰ ਕੀ ਤੁਹਾਨੂੰ ਕੋਈ ਰਾਏ ਦੇਣ ਵਾਲੇ ਕੋਈ ਬੰਦੇ ਹੈ ਨਹੀਂ ਤਾਂ ਐਡੀ ਵੱਡੀ ਸਰਕਾਰ 'ਚ? ਜਿਹੜੀ ਚੀਜ਼ ਨਹੀਂ ਪੋਸੀਬਲ ਤੁਸੀਂ ਉਹਦੇ ਮਗਰ ਲੱਗ ਜਾਂਦੇ ਹੋ, ਜਿਹੜੀ ਚੀਜ਼ ਹੋ ਸਕਦੀ ਹੈ ਤੁਸੀਂ ਉਹ ਕਰ ਨਹੀਂ ਰਹੇ। ਸਰ ਮਹਾਮਾਰੀ ਫੈਲੀ 1 ਸਾਲ ਹੋ ਗਿਆ ਜੀ, ਨਵੀਂ ਇਨੀਸ਼ੀਏਟਿਵ ਐਸਜੀਪੀਸੀ ਲੱਗਦਾ ਤੇਜ਼ੀ ਆ ਗਈ ਹੈ, ਕੀ ਸਮਝਦੇ ਹੁਣ ਕੋਈ ਫੈਸਲਾ ਲੈ ਸਕਦੀ ਹੈ? ਮੈਂ ਇੱਕੋ ਹੀ ਗੱਲ ਚਾਹੁੰਦਾ, ਸਿੱਖ ਕੌਮ ਇਨਸਾਫ ਚਾਹੁੰਦੀ ਹੈ, ਪੰਜਾਬੀ ਇਨਸਾਫ ਚਾਹੁੰਦੀ ਹੈ, ਇਨਸਾਫ ਦੇਣ। ਥੈਂਕ ਯੂ।